ज्ञान विज्ञान। ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਆਦਾਬ ਸਭ ਨੂੰ। ਅਸੀਂ ਆਪਣੇ ਸਾਰੇ ਹੀ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੇ ਹਾਂ। ਦੋਸਤੋ, ਮੈਂ ਡਾਕਟਰ ਪਰਮਿੰਦਰ ਕੌਰ, ਪ੍ਰੋਫੈਸਰ ਕੰਪਿਊਟਰ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਅੱਜ ਆਕਾਸ਼ਵਾਣੀ ਜਲੰਧਰ ਦੇ ਸਟੂਡੀਓ ਵਿੱਚ ਹਾਜ਼ਰ ਹਾਂ ਇੱਕ ਖਾਸ ਪ੍ਰੋਗਰਾਮ ਨੂੰ ਲੈ ਕੇ, ਜੋ ਕਿ ਮੌਜੂਦਾ ਸਮੇਂ ਦੀ ਬਹੁਤ ਵੱਡੀ ਸਮੱਸਿਆ ਸਾਈਬਰ ਅਪਰਾਧ ਨਾਲ ਜੁੜਿਆ ਹੋਇਆ ਹੈ। ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਮੇਰੇ ਨਾਲ ਬਹੁਤ ਹੀ ਖਾਸ ਮਹਿਮਾਨ ਡਾਕਟਰ ਪ੍ਰਵੀਨ ਕੱਕੜ, ਜੋ ਕਿ ਇੱਕ ਅਸਿਸਟੈਂਟ ਪ੍ਰੋਫੈਸਰ ਡਿਪਾਰਟਮੈਂਟ ਆਫ ਕੰਪਿਊਟਰ ਸਾਇੰਸ, DAV ਯੂਨੀਵਰਸਿਟੀ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਜਲੰਧਰ 'ਚ ਕੰਮ ਕਰਦੇ ਹਨ, ਮੇਰੇ ਨਾਲ ਜੁੜੇ ਹੋਏ ਹਨ। ਸਾਡੇ ਨਾਲ ਇੱਕ ਹੋਰ ਮਹਿਮਾਨ ਜੁੜੇ ਹੋਏ ਹਨ ਜਿਨ੍ਹਾਂ ਦਾ ਨਾਮ ਰਿਧੀ ਸੋਰਲ ਹੈ, ਜੋ ਕਿ ਇੱਕ ਸੀਨੀਅਰ ਲੀਡ ਸਿਕਿਉਰਿਟੀ ਆਡੀਟਰ ਔਰ ਸੀਨੀਅਰ ਸੋਰਸ ਕੋਡ ਐਨਾਲਿਸਟ ਦੇ ਵਜੋਂ ਕੰਮ ਕਰਦੇ ਹਨ। ਰਿਧੀ ਸੋਰਲ ਇੱਕ ਆਪਣੇ ਨਾਂ ਦਾ ਹੈਕਰ ਵਲੌਗ ਚੈਨਲ ਵੀ YouTube 'ਤੇ ਚਲਾਉਂਦੇ ਹਨ, ਜਿੱਥੇ ਉਹ ਟ੍ਰੇਨਿੰਗ ਦਿੰਦੇ ਹਨ ਸਟੂਡੈਂਟਸ ਨੂੰ, ਕਾਰਪੋਰੇਟ ਇੰਡਸਟਰੀ ਦੇ ਲੋਕਾਂ ਨੂੰ ਅਤੇ ਪੁਲਿਸ ਆਫੀਸ਼ੀਅਲਸ ਨੂੰ। ਡਾਕਟਰ ਪ੍ਰਵੀਨ ਕੱਕੜ 23 ਵਰ੍ਹਿਆਂ ਤੋਂ ਅਕਾਦਮਿਕ ਮਸਲਿਆਂ ਨਾਲ ਜੁੜੇ ਹੋਏ ਹਨ ਅਤੇ ਰਿਧੀ ਸੋਰਲ 12 ਸਾਲਾਂ ਤੋਂ ਵੱਖ-ਵੱਖ ਖੇਤਰਾਂ ਦੇ ਵਿੱਚ, ਜਿਵੇਂ ਕਿ ਪੈਨੀਟ੍ਰੇਸ਼ਨ ਟੈਸਟਿੰਗ, ਵਲਨਰੇਬਿਲਿਟੀ ਅਸੈਸਮੈਂਟ ਅਤੇ ਕੰਪਿਊਟਰ ਫੋਰੈਂਸਿਕ ਦੇ ਨਾਲ ਜੁੜੇ ਹੋਏ ਹਨ। ਜੇ ਅਸੀਂ ਡਾਕਟਰ ਪ੍ਰਵੀਨ ਕੱਕੜ ਦੀ ਗੱਲ ਕਰੀਏ ਤੇ ਉਹਨਾਂ ਦਾ ਜਿਹੜਾ ਫੀਲਡ ਆਫ ਸਪੈਸ਼ਲਾਈਜੇਸ਼ਨ ਹੈ ਉਹ ਹੈਗਾ ਜੀ ਇਨਫੋਰਮੇਸ਼ਨ ਐਂਡ ਨੈਟਵਰਕ ਸਿਕਿਉਰਿਟੀ। ਕਿਉਂਕਿ ਅਸੀਂ ਅੱਜ ਸਾਈਬਰ ਸਿਕਿਉਰਿਟੀ 'ਤੇ ਗੱਲ ਕਰਦੇ ਹਾਂ ਅਤੇ ਇਹ ਇਨਫੋਰਮੇਸ਼ਨ ਐਂਡ ਨੈਟਵਰਕ ਸਿਕਿਉਰਿਟੀ ਇੱਕ ਬਹੁਤ ਹੀ ਖਾਸ ਵਿਸ਼ਾ ਹੈ ਜਿਹਦੇ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਹੈ। ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹੋਏ ਮੈਂ ਸਭ ਤੋਂ ਪਹਿਲਾਂ ਡਾਕਟਰ ਪ੍ਰਵੀਨ ਕੱਕੜ ਨੂੰ ਗੁਜ਼ਾਰਿਸ਼ ਕਰਾਂਗੀ ਕਿ ਸਾਨੂੰ ਦੱਸਿਆ ਜਾਏ ਕਿ ਸਾਈਬਰ ਕ੍ਰਾਈਮ ਹੁੰਦਾ ਕੀ ਹੈ। ਨਮਸਕਾਰ ਜੀ। ਸਾਈਬਰ ਕ੍ਰਾਈਮ ਦੋ ਵਰਡਸ ਤੋਂ ਬਣਿਆ ਹੈ, ਇੱਕ ਸਾਈਬਰ ਹੈ, ਇੱਕ ਕ੍ਰਾਈਮ। ਸਾਈਬਰ ਦਾ ਮਤਲਬ ਹੈ ਕਿ ਕੰਪਿਊਟਰਸ, ਨੈਟਵਰਕਸ ਐਂਡ ਡਾਟਾ। ਨੈਟਵਰਕ ਕੰਪਿਊਟਰਸ ਨੂੰ ਜੋੜ ਕੇ ਅਸੀਂ ਇੱਕ ਨੈਟਵਰਕ ਬਣਾ ਲੈਂਦੇ ਹਾਂ ਅਤੇ ਨੈਟਵਰਕ ਦੇ ਉੱਤੇ ਡਾਟਾ ਫਲੋਟ ਕਰਦਾ ਹੈ। ਸਾਈਬਰ ਕ੍ਰਾਈਮ ਉਹ ਹੁੰਦਾ ਹੈ ਜਿਹਦੇ ਵਿੱਚ ਡਿਜੀਟਲ ਅਟੈਕ ਲਾਈਕ ਵਾਇਰਸ ਦਾ, ਮਾਲਵੇਅਰ ਦਾ, ਰੈਂਸਮਵੇਅਰ ਦਾ, DDoS ਅਟੈਕਸ, ਡਿਨਾਇਲ ਆਫ ਸਰਵਿਸ ਅਟੈਕ, ਫਿਸ਼ਿੰਗ ਅਟੈਕ, ਇਹ ਸਾਰੇ ਇੱਕ ਤਰ੍ਹਾਂ ਦੇ ਸਾਈਬਰ ਕ੍ਰਾਈਮ ਨੇ ਜਿਹੜੇ ਕਿ ਕੰਪਿਊਟਰ ਨੈਟਵਰਕ ਦੀ ਪਰਫਾਰਮੈਂਸ ਨੂੰ ਅਫੈਕਟ ਕਰਦੇ ਨੇ। रिधि सोरल, मैं थोड़े तो ये पूछना चाहूँगी कि साइबर क्राइम होता क्या है, साइबर क्रिमिनल की क्या भूमिका रहती है इसमें, वो कैसे अटैक करते हैं नॉर्मल पीपल पे। साडे ਸਰੋਤਿਆਂ ਨੂੰ ਤੁਸੀਂ ਇਹ ਦੱਸਣ ਦੀ कोशिश करो। बहुत बहुत थैंक यू मैम आपका। एक्चुअली साइबर क्राइम जो चीज़ होती है, साइबर क्राइम होता है इंटरनेट पे चोरी। अगर हम सीधे सादी भाषा में समझें तो इंटरनेट पे किया हुआ अपराध साइबर क्राइम कहलाता है। और जनरली साइबर क्राइम का टारगेट कोई भी बन सकता है, फिर एक एजुकेटेड पर्सन हो, एक इलिटरेट पर्सन हो, एक टेक्निकल पर्सन हो या एक नॉन टेक्निकल पर्सन हो। आज हमारा सारा काम इंटरनेट पे हो रहा है। आज हम सोशल मीडिया पे ज़्यादा से ज़्यादा जुड़े हुए हैं। हम जब भी फ़ोटोज़ देते हैं या फोटो शेयर करते हैं, हमें नहीं पता सामने वाला उसको किस तरीके से देख रहा है। हम अपना कोई भी वेबसाइट को स्क्रॉल कर रहे हैं, अपना डेटा दे देते हैं क्योंकि हमें नहीं पता होता, जानकारी में नहीं होता कि ये वेबसाइट सही है या गलत है। साइबर क्रिमिनल से रोका तभी जा सकता है जब हम अपने आप को अपडेट रखें और जागरूक बने कि जो भी चीज़ हो रही है, जो भी हमारे पास कोई लिंक आया है या जो हमसे बात कर रहा है, तो हम उसको कितनी इन्फॉर्मेशन अपनी प्रदान कर रहे हैं। अगर मैं कहना चाहवां तो साइबर अपराध या साइबर क्राइम वो गैर कानूनी ਕਿਰਿਆਸ਼ੀਲਤਾਵਾਂ ਹਨ ਜਿਹੜੀਆਂ ਕਿ ਕੰਪਿਊਟਰ, ਨੈਟਵਰਕ ਤੇ ਡਿਜੀਟਲ ਉਪਕਰਨਾਂ ਦੇ ਨਾਲ ਕੀਤੀਆਂ ਜਾਂਦੀਆਂ ਹਨ, ਜਿਸ ਵਿੱਚ ਤੁਹਾਡਾ ਆਇਡੈਂਟੀਟੀ ਥੈਫਟ, ਫਾਈਨੈਂਸ਼ੀਅਲ ਫਰਾਡ, ਮਾਲਵੇਅਰ, ਸਾਈਬਰ ਅਟੈਕ, ਆਨਲਾਈਨ ਅਟੈਕ ਆਦਿ ਸਾਰੀਆਂ ਐਕਟੀਵਿਟੀਜ਼ ਸ਼ਾਮਿਲ ਹਨ। ਸਾਈਬਰ ਕ੍ਰਿਮੀਨਲ ਸਾਡੇ ਸਿਸਟਮ ਦੀਆਂ ਕਮਜ਼ੋਰੀਆਂ ਫੜਦੇ ਹਨ ਅਤੇ ਉਹ ਸਾਡੀ ਇਨਫੋਰਮੇਸ਼ਨ ਅਤੇ ਸਾਡੀਆਂ ਸਰਵਿਸਿਜ਼ ਤੋਂ ਆਪਣਾ ਕਬਜ਼ਾ ਕਰ ਲੈਂਦੇ ਹਨ। ਅੱਜ ਦੀ ਡਿਸਕਸ਼ਨ ਤੋਂ ਅਸੀਂ ਇਹੀ ਸਿੱਖਣਾ ਹੈ ਕਿ ਅਸੀਂ ਆਪਣੇ ਆਪ ਨੂੰ ਇਹਨਾਂ ਸਾਈਬਰ ਕ੍ਰਿਮੀਨਲਸ ਤੋਂ ਕਿਵੇਂ ਬਚਾ ਕੇ ਰੱਖਣਾ ਹੈ। ਸਭ ਤੋਂ ਪਹਿਲਾਂ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਈਬਰ ਕ੍ਰਾਈਮ, ਡਾਕਟਰ ਪ੍ਰਵੀਨ, ਕਿੰਨੀ ਤਰ੍ਹਾਂ ਦੇ ਹੁੰਦੇ ਹਨ। ਦੇਖੋ ਜੀ, ਸਾਈਬਰ ਕ੍ਰਾਈਮ ਸਭ ਤੋਂ ਕਨਵੈਨਸ਼ਨਲ ਜਿਹੜਾ ਹੈ ਉਹ ਫਿਸ਼ਿੰਗ ਦੀ ਫਾਰਮ 'ਚ ਹੈ। ਫਿਸ਼ਿੰਗ ਜਿਹਦੇ ਵਿੱਚ ਇੱਕ ਅਟੈਕਰ ਲੈਜੀਟੀਮੇਟ ਬਣ ਕੇ ਕਸਟਮਰ ਨੂੰ ਅਟੈਕ ਕਰਦਾ ਹੈ, ਉਹਦੀ ਇਨਫੋਰਮੇਸ਼ਨ, ਸੈਂਸਿਟਿਵ ਇਨਫੋਰਮੇਸ਼ਨ ਜਿੱਦਾਂ ਪਰਸਨਲ ਇਨਫੋਰਮੇਸ਼ਨ, ਕ੍ਰੈਡਿਟ ਕਾਰਡ ਡਿਟੇਲਸ, ਉਹਦੇ ਪਾਸਵਰਡ ਸਟੀਲ ਕਰਨ ਦੀ ਕੋਸ਼ਿਸ਼ ਕਰਦਾ ਹੈ।
ਤੇ ਜਿਸ ਤਰ੍ਹਾਂ ਉਹ ਬੈਂਕ ਦਾ EMPLOYE ਹੋ ਸਕਦਾ ਹੈ, IT ਸਪੋਰਟ ਦਾ EMPLOYE ਹੋ ਸਕਦਾ ਹੈ ਕਿ ਮਤਲਬ ਪਾਸਵਰਡ ਨੂੰ ਅਪਡੇਟ ਕਰਨ ਦੀ ਰਿਕੁਐਸਟ ਦੇ ਸਕਦਾ ਹੈ ਈਮੇਲ ਦੇ ਰਾਹੀਂ। ਤੇ ਦੂਸਰਾ ਅਟੈਕ ਤੁਹਾਡਾ ਮਾਲਵੇਅਰ ਹੁੰਦਾ ਹੈ। ਮਾਲਵੇਅਰ ਇੱਕ ਹਾਰਮਫੁਲ ਸੌਫਟਵੇਅਰ ਹੈ ਜਿਹਦੇ ਵਿੱਚ ਅਸੀਂ ਵਾਇਰਸ ਕੰਸੀਡਰ ਕਰ ਸਕਦੇ ਹਾਂ, ਟਰੋਜਨ ਕੰਸੀਡਰ ਕਰ ਸਕਦੇ ਹਾਂ, ਸਪਾਈਵੇਅਰ ਕੰਸੀਡਰ ਕਰ ਸਕਦੇ ਹਾਂ। ਤੇ ਮਾਲਵੇਅਰ ਦਾ ਆਬਜੈਕਟਿਵ ਹੁੰਦਾ ਹੈ ਕਿ ਉਹ ਪੂਰੇ ਦੇ ਪੂਰੇ ਸਿਸਟਮ ਨੂੰ ਡੈਮੇਜ ਕਰ ਸਕਦਾ ਹੈ। ਤੇ ਅਗਲਾ ਅਪਰਾਧ ਸਾਈਬਰ ਅਪਰਾਧ ਰੈਂਸਮਵੇਅਰ ਹੈ। ਅਸੀਂ ਰੈਂਸਮਵੇਅਰ ਦੀ ਗੱਲ ਕਰਨ ਤੋਂ ਪਹਿਲਾਂ ਰਿद्धੀ ਤੁਸੀਂ ਥੋੜਾ ਜਿਹਾ ਦੱਸੋ ਸਾਨੂੰ ਫਿਸ਼ਿੰਗ ਦੇ ਬਾਰੇ। जनरली फिशिंग एक ऐसी चीज़ है जिसके बिहाफ पे आप किसी का भी सेंसिटिव इन्फॉर्मेशन ले सकते हो। फिशिंग जनरली होता है कि जैसे किसी के ईमेल पे कोई लिंक आया, किसी को आपने बोला कि ये एक वेबसाइट है, आप इस पे ट्रांजैक्शन कर सकते हैं, आप इस लिंक पे क्लिक करो। तो फिशिंग जनरली होता है कि आपको सामने वाला एक लिंक प्रोवाइड कर रहा है। अब वो ईमेल के थ्रू हो सकता है, वो किसी मैसेज के थ्रू हो सकता है, पर आपको कोई लिंक प्रोवाइड करना और उसके थ्रू वो आपको दूसरी साइट पे दूसरी जगह ले जाना जिससे कि आपकी इन्फॉर्मेशन एक हैकर के हाथ लग जाती है। वो चीज़ हमारे दायरे में फिशिंग कहलाती है। सो कैसे पता चल सकता है कि ये जो साइट है वो फिशिंग साइट है? और फिशिंग साइट जनरली पता करना मुश्किल रहता है, पर आप अगर उसको थोड़ा ध्यान से देखें, अगर वैसे आप इसके लिए प्रिकॉशंस रख सकते हैं। जैसे कि अगर कोई अननोन सोर्स से आपके पास कोई लिंक आ रहा है और वो अननोन लिंक से आ रहा है, आपको बोला जा रहा है कि इधर से डाउनलोड कर लीजिए या एक्सेस डिस्काउंट दिया जा रहा है। तो दिवाली पे जनरली हमारे पास ऑफर्स आते हैं 90% डिस्काउंट के, या आप लोग भी अभी देखेंगे अमेजन पे एकदम से 90% ऑफर आ रहे हैं। आईफोन आप 10,000 में जीतिए, फ्रेश जो अपडेटेड आईफोन है वो 10,000 में। तो ये सारे जितने भी ऑफर्स आते हैं या एड्स आते हैं, तो आप थोड़ा ध्यान से वेबसाइट को देखें। हमेशा वेबसाइट का डोमेन देखें। अगर आप वेबसाइट का डोमेन देखेंगे, डोमेन एक तरीके से होता है एड्रेस, और वो एड्रेस कभी भी सेम नहीं होता। जैसे अमेजन है तो अमेजन का जो स्पेलिंग है अगर वैसे ही किसी ने चेंज करके लिख रखी, जैसे AMAZON है, उस जगह अगर AMAZAN लिखा है तो थोड़ा सतर्क रहें, क्योंकि एक एड्रेस जिसको मिल जाता है वो दूसरा एड्रेस सेम ਐਡਰੈਸ ਨਹੀਂ ਲੈ ਪਾਤਾ। ਸੋ ਸਭ ਤੋਂ ਪਹਿਲਾਂ ਤਾਂ ਸਾਨੂੰ ਫਿਸ਼ਿੰਗ ਜਿਹੜੀ ਸਾਈਟ ਹੈ ਉਹਦੇ ਤੋਂ ਮਤਲਬ ਐਡਰੈਸ ਜਿਹੜਾ ਉਹਦਾ ਦੇਖਣਾ ਪਏਗਾ ਕਿ ਉਹਦਾ ਐਡਰੈਸ ਕਿਸ ਤਰ੍ਹਾਂ ਦਾ ਹੈਗਾ। ਕਿ ਕੋਈ ਤੋਂ ਪਤਾ ਚੱਲਦਾ ਕਿ ਉਹ ਜਿਹੜੀਆਂ ਆਪਣੀਆਂ ਡਿਸਕਾਊਂਟਡ ਰੇਟਸ ਹੈਗੇ ਉਹ ਆਪਣੇ 45% ਜਾਂ 50% ਜਾਂ 60% ਕੈਸੇ ਡਿਸਕਾਊਂਟ ਦਿੰਦੇ ਆ। ਹਾਂਜੀ, तो ਉੱਥੋਂ ਸਤਰਕ ਰਹਿਣਾ ਚਾਹੀਦਾ ਸਾਨੂੰ, ਉਹਨਾਂ ਸਾਈਟਸ ਨੂੰ ਨਹੀਂ ਕਲਿੱਕ ਕਰਨਾ ਚਾਹੀਦਾ। ਹਾਂਜੀ, और एक चीज़ और है, क्योंकि जब भी आप अगर डोमेन देखेंगे, कई बार हूबहू साइट बन जाती है, क्लोन वेबसाइट्स बनती है, हम नहीं प्रिडिक्ट कर पाते, और अगर हम कोई अननोन लिंक क्लिक करते हैं तो हम डायरेक्ट हो जाते हैं दूसरी अननोन साइट पे, और हम ये भूल जाते हैं कि हम सही साइट पर है या नहीं। तो ये फिशिंग के लिए थोड़ा हमें सतर्क रहना पड़ता है। ਡਾਕਟਰ ਪ੍ਰਵੀਨ ਕੱਕੜ, ਤੁਸੀਂ ਮੈਨੂੰ ਇਹ ਦੱਸੋ ਕਿ ਅੱਜ ਕੱਲ੍ਹ ਆਮ ਲੋਕ ਸ਼ਿਕਾਰ ਹੋ ਰਹੇ ਹੈ ਸਾਈਬਰ ਕ੍ਰਾਈਮਸ ਦੇ, ਉਹਨਾਂ ਨੂੰ ਅਸੀਂ ਕੀ ਸਲਾਹ ਦੇ ਸਕਦੇ ਹਾਂ, ਕਿਵੇਂ ਇਹਨਾਂ ਸਾਈਬਰ ਕ੍ਰਾਈਮਸ ਤੋਂ ਆਪਣੇ ਆਪ ਨੂੰ ਬਚਾ ਸਕਦੇ ਆ? ਦੇਖੋ ਜੀ, ਜਿੱਥੋਂ ਤੱਕ ਬਚਾਅ ਦੀ ਗੱਲ ਹੈ, ਸਭ ਤੋਂ ਪਹਿਲਾਂ ਸਾਨੂੰ ਆਪਣੇ ਨੈਟਵਰਕ ਨੂੰ ਸਿਕਿਉਰ ਕਰਨਾ ਚਾਹੀਦਾ ਹੈ ਬਾਈ ਯੂਜ਼ਿੰਗ VPN। VPN ਕੀ ਹੁੰਦਾ ਹੈ? ਵਰਚੁਅਲ ਪ੍ਰਾਈਵੇਟ ਨੈਟਵਰਕ। ਇਹ ਇੱਕ ਇਨਕ੍ਰਿਪਟਡ ਤੇ ਸਿਕਿਉਰ ਨੈਟਵਰਕ ਹੈ ਜਿਹਦੇ ਰਾਹੀਂ ਡਿਵਾਈਸ ਤੇ ਇੰਟਰਨੈਟ ਆਪਸ ਸਿਕਿਉਰ ਕਮਿਊਨੀਕੇਸ਼ਨ ਕਰ ਸਕਦੇ ਹਨ, ਤੇ ਜਿਹਦੇ ਰਾਹੀਂ ਅਸੀਂ HTTPS ਮਤਲਬ ਸਿਕਿਉਰ URL ਦੇ ਇੱਕ ਪ੍ਰੀਫਿਕਸ ਆਉਂਦਾ ਹੈ। ਸਾਰੀ ਕਮਿਊਨੀਕੇਸ਼ਨ ਇੰਟਰਨੈਟ ਦੇ ਉੱਤੇ HTTP ਪ੍ਰੋਟੋਕੋਲ ਨਾਲ ਹੁੰਦੀ ਹੈ। ਜੇ ਅਸੀਂ HTTPS ਵਾਲੀ ਸਾਈਟ 'ਤੇ ਜਾਵਾਂਗੇ, ਦੈਟ ਮੀਨਸ ਉਹ SSL ਇਨਕ੍ਰਿਪਸ਼ਨ ਨੂੰ ਯੂਜ਼ ਕਰ ਸਕੇਗੀ। SSL ਇਜ਼ ਸਿਕਿਉਰ ਸੌਕਟ ਲੇਅਰ। ਇਹ ਨੈਟਵਰਕ ਲੇਅਰ ਦਾ ਪਾਰਟ ਹੈ ਜਿਹੜੀ ਕਿ ਵੈਬ ਬਰਾਊਜ਼ਰ 'ਚ ਸਿਕਿਉਰਿਟੀ ਤੇ ਇਨਕ੍ਰਿਪਸ਼ਨ ਪ੍ਰੋਵਾਈਡ ਕਰਦੀ ਹੈ। रिद्धि, आम लोग और बिजनेसमैन दोनों ही शिकार हो रहे हैं साइबर क्राइम्स के। सो कैसे बचा जाए? क्या चेक रखा जाए कि जो नॉर्मल पीपल है या जो बिजनेसमैन है कैसे बचे इन क्राइम से? पहले एक आम इंसान की बात करते हैं। आम इंसान इस तरीके से बच सकता है साइबर क्राइम से कि जब भी आप थोड़ा सा पहले तो आपको इन्फॉर्मेशन रखनी चाहिए, जागरूक रहना चाहिए। जैसे जितने भी साइबर सिक्योरिटी के लेक्चर्स होते हैं या न्यूज़ लेटर्स आते हैं, आप उसको अपडेट रखें, क्योंकि हर कोई साइबर सिक्योरिटी पढ़े ज़रूरी नहीं, पर आप अपनी सतर्कता रख सकते हैं, अपना बचाव रख सकते हैं। बिल्कुल ठीक। अपना फ़ोन का यूज़र नेम पासवर्ड किसी को ना दें। 2 फैक्टर ऑथेंटिकेशन लगा के रखें, मतलब मल्टी फैक्टर ऑथेंटिकेशन लगा के रखें। किसी और के डिवाइस में कभी भी लॉगिन नहीं करें। अपना जो मोबाइल एप्लीकेशन है, जैसे
जैसे कि आपका बैंकिंग साइट्स हो गई, सोशल साइट्स हो गई, कभी भी किसी के सिस्टम में या किसी और के मोबाइल पे कभी भी ऑन ना करें, क्योंकि उन्होंने पीछे क्या सॉफ्टवेयर रख ਅਗਰ रखा है। ਬਾਈ ਚਾਂਸ ਲੌਗਇਨ ਕਰਨ ਦੀ ਜ਼ਰੂਰਤ ਪੈ ਜਾਏ ਤਾਂ ਜਦੋਂ ਤੁਹਾਡਾ ਕੰਮ ਖਤਮ ਹੋਏ ਤਾਂ ਨਾਲ ਹੀ ਲੌਗ ਆਊਟ ਜ਼ਰੂਰ ਕਰ ਦਿਓ। जी, तो लॉग आउट ज़रूर करें, क्योंकि सामने वाला किस इंटेंशन से आपको अपना सिस्टम या डिवाइस दे रहा है, फ़ोन दे रहा है, तो आप मेरा फ़ोन ले लीजिए अपना ट्रांजैक्शन करने के लिए, पीछे यूज़र नेम की लॉगर्स जैसे ऐसे सॉफ्टवेयर्स होते हैं, काफ़ी ऐसे स्पाईवेयर्स भी होते हैं जिसके थ्रू हम सामने वाले का फ़ोन भी एक्सेस कर सकते हैं। मेरा सजेशन यही रहेगा आम इंसान से भी, बिजनेस पर्सन से भी, कि आप कभी भी अननोन सोर्सेज से एप्लीकेशंस डाउनलोड ना करें, किसी और के फ़ोन में अपना डेटा कभी भी ना खोलें। दूसरी चीज़, कभी कोई बोल रहा है कि बहुत जल्दी मतलब कम समय में आप अच्छा पैसा कमाना चाहते हैं तो टेलीग्राम फ्रॉड है ना, तो ऐसे किसी भी बातों में आके आप किसी भी लिंक पे क्लिक ना करें, OTP शेयर ना करें, और साथ ही साथ एनी डेस्क जैसी और भी एप्लीकेशंस होती हैं, ऐसी एप्लीकेशंस किसी के कहने डाउनलोड ना करें। अगर आप डाउनलोड करते हैं तो आपका पूरा का पूरा सिस्टम या मोबाइल फोन सामने वाले के पास जा सकता है और आपको पता भी नहीं चलेगा। ਬਿਲਕੁਲ ਠੀਕ ਹੈ। ਪ੍ਰਵੀਨ ਜੀ, ਤੁਸੀਂ ਐਨੀਡੈਸਕ ਦੇ ਬਾਰੇ ਦੱਸ ਸਕਦੇ ਹੋ ਥੋੜਾ ਜਿਹਾ ਦਰਸ਼ਕ? ਐਨੀਡੈਸਕ ਇੱਕ ਤਰ੍ਹਾਂ ਦੀ ਰਿਮੋਟ ਲੌਗਇਨ ਫੈਸਿਲਿਟੀ ਹੈ ਜਿੱਥੇ ਕਿ ਕ੍ਰਿਮੀਨਲ ਦੂਰ ਬੈਠੇ, ਮੰਨ ਲਓ ਕ੍ਰਿਮੀਨਲ ਬੰਗਲੌਰ ਬੈਠਾ ਹੈ ਤੇ ਉਹ ਅਟੈਕ ਕਰ ਰਿਹਾ ਹੈ ਦਿੱਲੀ ਦੇ ਪਰਸਨ ਨੂੰ ਜਾਂ ਜਲੰਧਰ ਦੇ ਪਰਸਨ ਨੂੰ, ਰਿਮੋਟ ਲੌਗਇਨ ਦੇ ਥਰੂ ਐਨੀਡੈਸਕ ਕੰਮ ਕਰਦਾ ਹੈ, ਜਿਹਦੇ ਐਨੀਡੈਸਕ ਦੇ ਰਾਹੀਂ ਪੂਰੀ ਦੀ ਪੂਰੀ ਸਕਰੀਨ, ਪੂਰੇ ਦੇ ਪੂਰੇ ਆਈਕਨਸ, ਪੂਰਾ ਰਿਸੋਰਸਿਸ, ਸਾਰਾ ਫੁੱਲ ਅਸੈਸ ਅਨਆਥੋਰਾਈਜ਼ਡ ਪਰਸਨ ਦੇ ਹੱਥ 'ਚ ਚਲੇ ਜਾਂਦਾ ਹੈ। ਹੁਣ ਜੋ ਸਾਡੇ ਘਰ 'ਚ ਬਜ਼ੁਰਗ ਹੈਗੇ ਆ ਜਾਂ ਬੱਚੇ ਹੈਗੇ ਆ, ਉਹਨਾਂ ਨੂੰ ਤਾਂ ਸਟਰੋਂਗ ਪਾਸਵਰਡ ਦੀ ਹਜੇ ਕੁਝ ਪਤਾ ਨਹੀਂ ਲੱਗਦਾ। ਉਹ ਜਿਹੜੀ ਮਰਜ਼ੀ ਐਪ ਸਟੋਰ ਤੋਂ ਚੱਕਦੇ ਆ, ਇੰਸਟਾਲ ਕਰਦੇ ਆ। ਉਹਨਾਂ ਨੂੰ YouTube ਨਵਾਂ ਚਲਾਉਣਾ ਆਉਂਦਾ ਹੈ, ਫੇਸਬੁੱਕ ਨਵਾਂ ਚਲਾਉਂਦੇ, ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਅਸੀਂ ਕਿਹੜੀ ਐਪਲੀਕੇਸ਼ਨ ਡਾਊਨਲੋਡ ਕਰਨੀ ਹੈ, ਕਿਹੜੇ ਲਿੰਕ ਤੇ ਕਲਿੱਕ ਕਰਨਾ ਹੈ, ਕਿਹੜੇ ਲਿੰਕ ਤੇ ਨਹੀਂ ਕਲਿੱਕ ਕਰਨਾ। ਸੋ ਉਹ ਜੋ ਸਾਡੇ ਪਰਿਵਾਰਾਂ ਦੇ ਵਿੱਚ ਐਲਡਰਲੀ ਪਰਸਨ ਹੈਗੇ ਆ ਜਾਂ ਬੱਚੇ ਹੈਗੇ ਆ, ਤਾਂ ਉਹਨਾਂ ਨੂੰ ਅਸੀਂ ਕਿਵੇਂ ਗਾਈਡ ਕਰ ਸਕਦੇ ਹਾਂ, ਜਾਂ ਸਾਡਾ ਕੀ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦੇ ਮੋਬਾਈਲਸ ਨੂੰ ਪਹਿਲੇ ਚੈੱਕ ਰੱਖੀਏ ਜਾਂ ਉਹਨਾਂ 'ਤੇ ਅਸੀਂ ਸਟਰੋਂਗ ਪਾਸਵਰਡ ਲਾਈਏ, ਉਹਨਾਂ ਨੂੰ ਇਹਦੀ ਜਾਣਕਾਰੀ ਦਈਏ। ਇਹਦੇ ਬਾਰੇ ਤੁਸੀਂ ਸਾਨੂੰ ਕੁਝ ਦੱਸੋ। ਹਾਂਜੀ, ਬੈਸਟ ਪ੍ਰੈਕਟਿਸਿਸ ਦੀ ਗੱਲ ਕਰੀਏ, ਜਿੱਦਾਂ ਕਿ ਅਸੀਂ ਆਪਣੇ ਫੋਨ ਨੂੰ, ਆਪਣੇ ਕੰਪਿਊਟਰ ਨੂੰ ਹੈਕਰਸ ਤੋਂ ਬਚਾਉਣਾ ਹੈ, ਉਹਦੇ ਵਿੱਚ ਇੱਕ ਤਾਂ ਆ ਜਾਂਦਾ ਯੂਨੀਕ ਪਾਸਵਰਡ। ਹਰ ਅਕਾਊਂਟ ਦਾ ਇੱਕ ਯੂਨੀਕ ਪਾਸਵਰਡ ਹੋਣਾ ਚਾਹੀਦਾ ਹੈ। ਉਹ ਪਾਸਵਰਡ ਸਟਰੋਂਗ ਕਿੰਦਾ ਬਣਦਾ ਹੈ? ਇਹ ਘੱਟੋ ਘੱਟ 12 ਕਰੈਕਟਰਸ ਦਾ ਹੋਣਾ ਚਾਹੀਦਾ ਹੈ। ਇਹਦੇ ਵਿੱਚ ਸਪੈਸ਼ਲ ਸਿੰਬਲਸ, ਨੂਮਰੀਕਲਸ, ਅਲਫਾਬੈਟਸ ਤੇ ਸਪੈਸ਼ਲ ਕੀ। ਤੁਸੀਂ ਕਿਸੇ ਦੇ ਨਾਮ ਵਰਗਾ ਮਿਲਦਾ ਜੁਲਦਾ ਪਾਸਵਰਡ ਨਹੀਂ ਰੱਖਣਾ ਚਾਹੀਦਾ ਤੇ ਹਰ ਅਕਾਊਂਟ ਦਾ ਅਲੱਗ ਹੋਣਾ ਚਾਹੀਦਾ, ਯੂਨੀਕ ਹੋਣਾ ਚਾਹੀਦਾ। ਇੱਕ ਇਹ ਵੀ ਧਾਰਨਾ ਹੈ ਕਿ ਜਿਹੜਾ ਪਾਸਵਰਡ ਹੋਣਾ ਚਾਹੀਦਾ, ਤੁਹਾਡੀ ਡੇਟ ਆਫ ਬਰਥ ਨਹੀਂ ਹੋਣੀ ਚਾਹੀਦੀ। ਹਾਂਜੀ। ਨਾਰਮਲੀ ਅਸੀਂ ਲੋਕ ਕੀ ਕਰਦੇ ਹਾਂ ਕਿ ਅਸੀਂ ਆਪਣੀ ਡੇਟ ਆਫ ਬਰਥ ਨੂੰ ਹੀ ਆਪਣਾ ਪਾਸਵਰਡ ਬਣਾ ਲੈਂਦੇ ਹਾਂ। ਹਾਂਜੀ, ਕਿਉਂਕਿ ਇਹੀ ਤਾਂ ਸੈਂਸਿਟਿਵ ਇਨਫੋਰਮੇਸ਼ਨ ਹੈ। ਜੇ ਤੁਸੀਂ ਪਾਸਵਰਡਸ ਪਾ ਦੋਗੇ ਤੇ ਹੈਕਰ ਬਹੁਤ ਜਲਦੀ ਤੁਹਾਡਾ ਪਾਸਵਰਡ ਗੈਸ ਕਰ ਲੇਗਾ। ਠੀਕ ਹੈ, ਤੇ ਇਸ ਤੋਂ ਇਲਾਵਾ 2 ਫੈਕਟਰ ਜਾਂ ਮਲਟੀ ਫੈਕਟਰ ਅਥੈਂਟੀਕੇਸ਼ਨ, ਜਿੰਨਾ ਅਸੀਂ ਬਾਇਓਮੈਟ੍ਰਿਕਸ ਲਗਾ ਸਕਦੇ ਹਾਂ, ਥੰਬ ਇੰਪ੍ਰੈਸ਼ਨ ਲਗਾ ਸਕਦੇ ਹਾਂ, IRIS ਆਪਣੀ ਆਈਜ਼ ਦੇ ਨਾਲ ਲੌਗਇਨ ਕਰਵਾ ਸਕਦੇ ਹਾਂ। ਮਤਲਬ ਇਹ ਇਸ ਤਰ੍ਹਾਂ ਸਾਨੂੰ ਆਪਣੇ ਬੱਚਿਆਂ ਨੂੰ ਤੇ ਆਪਣੇ ਬਜ਼ੁਰਗਾਂ ਨੂੰ ਟ੍ਰੇਨਿੰਗ ਦੇਣੀ ਪਏਗੀ ਤਾਂ ਕਿ ਉਹ ਮਤਲਬ ਸਸਪੀਸ਼ੀਅਸ ਲਿੰਕ ਨੂੰ ਨਾ ਖੋਲਣ ਤੇ ਨਾ ਕਿਸੇ ਦੇ ਹੈਕਰ ਦੇ ਕਬਜ਼ੇ 'ਚ ਆਉਣ। रिधि, अगर हमने किसी एल्डरली पर्सन को समझाना है कि ये लिंक पे मत जाओ, या किसी बच्चे को बताना है कि ये लिंक मत करो या ये ऐप मत इंस्टॉल करो, तो उसको कैसे समझाया जाए? जनरली क्या होता है, ये चीज़ क्यूरोसिटी कहलाती है और ये एजेड लोगों में और बच्चों में काफ़ी देखी जाती है। तो उनको इस तरीके से समझाया जा सकता है, अगर वो आपके मना करने के बाद भी वही चीज़ कर रहे हैं और जैसे साइट पे क्लिक कर रहे हैं, या छोटे छोटे बच्चों को हम एज एन पेरेंट्स फ़ोन दे देते हैं कि आप ट्रांजैक्शन कर लो, तो वो गेम्स के थ्रू मतलब पैसा देते हैं और गेम्स की स्टेजेस पार करते जाते हैं। तो सबसे पहले तो बच्चों को ये बता के रखें कि अगर आप किसी लिंक पे क्लिक कर देते हैं, कुछ भी अननोन सोर्सेज से वायरस डाउनलोड हो जाता है, तो उससे फ़ोन पे या सिस्टम पे कितना असर पड़ सकता है। क्योंकि आज का बच्चा ऑनलाइन, जब से पैंडमिक आया है, जब से कोविड आया है, उसके बाद से बच्चों का क्लासेस भी ऑनलाइन होती है, सिस्टम पे बच्चा बैठता ही है। ठीक है ना, तो उनको ये चीज़ बताई जाए और ये जागरूकता उनको देनी बहुत ज़रूरी है, बीइंग अ पेरेंट्स हम सबको, कि आप कोई भी अननोन साइट्स या कोई भी लिंक
क्लिक ना करें, जो आपका काम है आप उसी को करें। अदरवाइज वहां से कोई भी वायरस डाउनलोड हो सकता है, वो सिस्टम को भी हैंग कर सकता है, सिस्टम को भी खराब कर सकता है। आप जो क्लासेस ले रहे हैं, आप जो डेटा अपना पढ़ाई का काम कर रहे हैं, वो भी पूरा खराब हो सकता है। तो ये सतर्कता बच्चों को देनी पड़ेगी। ਡਾਕਟਰ ਪ੍ਰਵੀਨ, ਤੁਸੀਂ ਇਹ ਦੱਸੋ ਕਿ ਤੁਸੀਂ ਬੀਇੰਗ ਅ ਟੀਚਰ ਸਟੂਡੈਂਟਸ ਨੂੰ ਆਪਣੀ ਕਲਾਸ ਦੇ ਵਿੱਚ ਕਿਵੇਂ ਜਾਗਰੂਕ ਕਰਦੇ ਹੋ ਰਿਗਾਰਡਿੰਗ ਸਾਈਬਰ ਸਿਕਿਉਰਿਟੀ ਸੋਲਿਊਸ਼ਨਸ ਦੇ ਲਈ? ਦੇਖੋ ਜੀ, ਉਹਨਾਂ ਦੇ ਬਚਾਅ ਦੇ ਵਿੱਚ ਅਸੀਂ ਪ੍ਰਾਈਵੇਸੀ ਸੈਟਿੰਗ, ਹਰ ਸਿਸਟਮ ਦੇ ਵਿੱਚ, ਹਰ ਫੋਨ ਦੇ ਵਿੱਚ ਇੱਕ ਪ੍ਰਾਈਵੇਸੀ ਸੈਟਿੰਗਸ ਹੁੰਦੀਆਂ, ਉਹਨੂੰ ਮੈਨੇਜ ਕਰਨਾ ਆਉਣਾ ਚਾਹੀਦਾ ਹੈ, ਪਾਸਵਰਡ ਨੂੰ ਮੈਨੇਜ ਕਰਨਾ ਆਉਣਾ ਚਾਹੀਦਾ ਹੈ, ਤਾਂ ਸੌਫਟਵੇਅਰ ਨੂੰ ਰੈਗੂਲਰਲੀ ਅਪਡੇਟ ਕਰਨਾ ਚਾਹੀਦਾ ਹੈ ਤਾਂ ਕਿ ਵਲਨਰੇਬਿਲਿਟੀਜ਼ ਨੂੰ ਅਸੀਂ ਫਿਕਸ ਅਪ ਕਰ ਸਕੀਏ, ਪੈਚ ਅਪ ਕਰ ਸਕੀਏ, ਤਾਂ ਕਿ ਵਲਨਰੇਬਿਲਿਟੀਜ਼ ਇੱਕ ਤਰ੍ਹਾਂ ਦੀ ਫਲॉज, ਲਿਮਿਟੇਸ਼ਨਸ ਹੁੰਦੀਆਂ ਜਿਹਦੇ ਰਾਹੀਂ ਅਟੈਕਰ ਅਟੈਕ ਕਰਦਾ ਹੈ, ਅਟੈਕਰ ਲਾਂਚ ਕਰਦਾ ਹੈ। ਤੇ ਅਸੀਂ ਉਹਨਾਂ ਨੂੰ ਪ੍ਰਾਈਵੇਸੀ ਸੈਟਿੰਗ ਤੇ ਪਾਸਵਰਡ ਮੈਨੇਜਮੈਂਟ ਬਾਰੇ ਦੱਸ ਸਕਦੇ ਹਾਂ। ਮੀਨਸ ਕਿ ਜਿਹੜਾ ਸਾਡਾ ਸਿਸਟਮ ਹੈ ਉਹ ਰੈਗੂਲਰਲੀ ਅਪਡੇਟ ਹੋਣਾ ਚਾਹੀਦਾ ਹੈ, ਜਿਹੜੇ ਟਾਈਮ ਟੂ ਟਾਈਮ ਪੈਚਸ ਆਉਂਦੇ ਉਹ ਸਾਡੇ ਰੂਟੀਨ ਨਾਲ ਉਹਦੇ ਤੇ ਇੰਸਟਾਲ ਹੋਣੇ ਚਾਹੀਦੇ ਹੈ। ਰਿਧੀ, ਇੱਕ ਟਰਮ ਹੈ ਜ਼ੀਰੋ ਡੇ ਐਕਸਪਲੋਇਟ, प्लीज़ ਉਹਦੇ ਬਾਰੇ थोड़ी जी इन्फॉर्मेशन ਦਿਓ ਸਰੋਤਿਆਂ ਨੂੰ। जीरो डे एक्सप्लॉइट जो होता है, जैसे और दूसरी वल्नरेबिलिटीज होती है, ऐसे ही ये भी एक वल्नरेबिलिटी ही काउंट की जाती है। एक तरीके का बग बोल सकते हैं हम इसको। जनरली इसमें जल्दी इन्फॉर्मेशंस नहीं निकलती, पर अगर आप कोई इन्फॉर्मेशन निकालते हैं, कोई भी सेंसिटिव इन्फॉर्मेशन हाथ लगती है, तो ये पूरा एक एक्सप्लॉइट आपका सिस्टम, आपका वेबसाइट, आपका करियर, आपका बिजनेस, सब चीज खत्म कर सकता। और ਉਹ ਡਿਵੈਲਪਰ ਨੂੰ ਵੀ ਨਹੀਂ ਪਤਾ ਹੁੰਦੀ ਕਿ ਇਹ ਵਨਰੇਬਿਲਿਟੀ ਉਹਦੇ ਸੌਫਟਵੇਅਰ 'ਚ ਹੈਗੀ ਹੈ। कई सारी वल्नरेबिलिटीज पैच नहीं होती, डेवलपर्स को नहीं आइडिया ਹੁੰਦਾ, ਤੇ ਜਦੋਂ ਤੱਕ ਡਿਵੈਲਪਰ ਨੂੰ ਪਤਾ ਲੱਗਦਾ ਹੈ ਉਦੋਂ ਤੱਕ ਉਹ ਜਿਹੜਾ ਡਿਫਰੈਂਸ ਹੁੰਦਾ ਹੈ ਉਹਦੇ ਵਿੱਚ ਕੋਈ ਮੀਨਸ ਆਵਰਸ ਦਾ ਡਿਫਰੈਂਸ ਹੋ ਗਿਆ, ਦਿਨਾਂ ਦਾ ਡਿਫਰੈਂਸ ਹੋ ਗਿਆ, ਹਫ਼ਤਿਆਂ ਦਾ ਡਿਫਰੈਂਸ ਹੋ ਗਿਆ, ਤੇ ਉਸ ਡਿਫਰੈਂਸ ਨੂੰ ਜਿਹੜਾ ਅਟੈਕਰ ਹੈ ਯੂਜ਼ ਕਰਦਾ ਹੈ ਕਿ ਉਹਨੇ ਦਿਨ ਜਦੋਂ ਤੱਕ ਉਹ ਪੈਚ ਨਹੀਂ ਲੱਗਦਾ ਉਹਨੇ ਦਿਨ ਉਹ ਅਟੈਕਰ ਉਸ ਵਨਰੇਬਿਲਿਟੀ ਨੂੰ ਯੂਜ਼ ਕਰਕੇ ਜਿਹੜਾ ਤੁਹਾਡਾ ਸੈਂਸਿਟਿਵ ਡਾਟਾ ਹੈ ਜਾਂ ਜਿਹੜੀ ਤੁਹਾਡੀ ਸੈਂਸਿਟਿਵ ਇਨਫੋਰਮੇਸ਼ਨ ਹੈ ਉਹਨੂੰ ਹੈਕ ਕਰ ਲੈਂਦਾ ਹੈ। ਟਰਮ ਹੈ ਡਾਕਟਰ ਪਰਵੀਨ ਕੱਕੜ ਜੀ, ਰੈਂਸਮਵੇਅਰ ਅਟੈਕ। ਹਾਂਜੀ, ਇਹ ਅੱਜ ਦੀ ਡੇਟ 'ਚ ਬਹੁਤ ਪ੍ਰੀਵੈਲੈਂਟ ਹੈ ਜੀ। ਰੈਂਸਮਵੇਅਰ ਦਾ ਮਤਲਬ ਕਿਸੇ ਕੋ ਪੈਸੇ ਲੈਣੇ, ਕਿਸੇ ਕੋਈ ਇਨਫੋਰਮੇਸ਼ਨ ਸਟੀਲ ਕਰ ਲੈਣੀ ਤੇ ਉਹਦੇ ਬਦਲੇ ਪੈਸੇ ਮੰਗਣੇ, ਰੈਂਸਮ। ਹਾਂ, ਇਹ ਅੱਜ ਦੀ ਡੇਟ 'ਚ AI ਡਰਿਵਨ ਸਿਸਟਮ ਆ ਚੁੱਕੇ ਆ ਜਿਹੜੇ ਕਿ ਰੈਂਸਮਵੇਅਰ ਅਟੈਕ ਨੂੰ ਹੋਰ ਵਧੀਆ ਤਰੀਕੇ ਨਾਲ ਡਿਪਲੋਏ ਕਰ ਰਹੇ ਅਟੈਕਰਸ ਦੇ ਪੁਆਇੰਟ ਆਫ ਵਿਊ ਨਾਲ। ਰਿਧੀ, ਤੁਸੀਂ ਦੱਸ ਸਕਦੇ ਹੋ ਰੈਂਸਮਵੇਅਰ ਅਟੈਕਸ ਦਾ? ਕਿਉਂਕਿ ਅੱਜ ਕੱਲ੍ਹ ਜੋ ਹੈ AI ਟੈਕਨੋਲੋਜੀ ਹੈ, ਮਸ਼ੀਨ ਲਰਨਿੰਗ ਐਲਗੋਰਿਦਮਸ ਹੈ, ਉਹਨਾਂ ਨੂੰ ਯੂਜ਼ ਕਰ ਸਕਦੇ ਹੈਕਰਸ ਕ੍ਰਿਟੀਕਲ ਡਾਟਾ ਨੂੰ ਚੁਰਾਉਣ ਦੇ ਲਈ ਜਾਂ ਆਇਡੈਂਟੀਟੀ ਥੈਫਟ ਕਰਨ ਦੇ ਲਈ, ਫਿਰ ਉਹ ਰੈਂਸਮਵੇਅਰ डिमांड करते हैं। जी, सो पहले तो मैं आपको बताती हूँ कि रैंसमवेयर अटैक छोटा सा मीन्स एक एग्जाम्पल से होता क्या है। जनरली जैसे हमारी टेक्नोलॉजीज बढ़ रही हैं, AI आ गया है, मशीन लर्निंग आ गया है, तो ये कोर्स करिकुलम में जुड़ा है। ये हमारी अच्छी टेक्नोलॉजीज हैं जो कि एक मैन पावर को कम करती है। मीन्स एक जो हम 1 घंटे में वर्क कर रहे हैं वो शायद हम हाफ एन आवर में भी वर्क कर सकते हैं। तो उस एस्पेक्ट पे AI, मशीन लर्निंग जो हमारे लिए डिवाइसेस लेकर आए हैं वो बहुत अच्छे हैं। बट वहीं पे इसका मिसयूज भी है, क्योंकि ये जितने फ्रेंडली हैं, जितना हमारे, और आज हमारे हर घर में IoT डिवाइसेस हैं, तो हर चीज़ हमारी AI बेस्ड चल रही है। और उसी के बिहाफ पे अगर हम देखें रैंसमवेयर अटैक, तो रैंसमवेयर अटैक एक तरीके से ऐसा अटैक है, ये एक तरीके से मालवेयर की कैटेगरी हम बोलेंगे। AI पावर्ड अटैक भी बोल सकते हैं जी। सो ये एक ऐसे तरीके का हम सॉफ्टवेयर बोलेंगे जो सिस्टम में आता है और सिस्टम का पूरा डेटा एनक्रिप्ट कर देता है, और वो एनक्रिप्शन को डिक्रिप्ट करने के लिए या उसको सही करने के लिए ऑब्वियसली हमें बहुत हायर कॉस्ट देनी पड़ती है। ऐसा ही कुछ रीसेंट एग्जाम्पल था जिसमें 2 लाख कंप्यूटर्स अक्रॉस 150 कंट्रीज पूरे एक्सप्लॉइट हुए थे एक रैंसमवेयर अटैक की वजह से। तो ये चीज़ बहुत ज़्यादा हार्मफुल होती है। इससे बचाव ऐसे ही कर सकते हैं कि जैसे अगर आप रेगुलर अपडेट्स रखें, बट जितने एक्सप्लॉइट्स आते हैं उससे बिजनेस और एक नॉर्मल इंसान की लाइफ पे काफ़ी असर पैंदा है। तो जी ਅਸੀਂ ਗੱਲ ਕਰੀਏ ਕਿ ਇੱਕ ਆਰਗੇਨਾਈਜੇਸ਼ਨ ਨੂੰ ਇਸ ਰੈਂਸਮਵੇਅਰ ਅਟੈਕ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ? ਇੱਕ ਤਾਂ ਰੈਗੂਲਰ ਬੈਕਅਪਸ ਲੈਣੇ ਚਾਹੀਦੇ ਹੈ, एक एम्प्लॉयज ਨੂੰ एजुकेट करना चाहिए कि अवेयरनेस ट्रेनिंग बहुत ज़रूरी है। साथ ही साथ जितने भी आपके पास जैसे न्यूज़ लेटर्स रहते हैं, आप साइबर सिक्योरिटी के न्यूज़ लेटर्स, व्लॉग्स पढ़ें, उससे आपको अपडेट रहेगा, मीन्स एम्प्लॉयज़ को अपडेट रहेगा कि एक्चुअल में साइबर सिक्योरिटी के कौन कौन से ऐसे पॉइंट्स हैं जहाँ पे अटैक्स हो रहे हैं और हम बच सकते हैं। तो उनका पैचिंग
और उनका प्रिवेंशन, आपको सब चीज़ याद रहेगी। तो एम्प्लॉयज़ को एजुकेट करना साइबर सिक्योरिटी के टर्म में बहुत इंपॉर्टेंट है। फायरवॉल्स बहुत इंपॉर्टेंट रोल प्ले ਕਰਨਗੀਆਂ ਇਸ ਤੋਂ ਬਚਣ ਵਾਸਤੇ। ਹਾਂਜੀ, ਫਾਇਰਵॉल्स ਕੀ ਬੇਸਿਕਲੀ ਪੈਕੇਟ ਫਿਲਟਰਿੰਗ ਰਾਊਟਰਸ ਲੱਗੇ ਹੁੰਦੇ ਆ ਜਿਹੜੇ ਕਿ ਆਊਟਰ ਵਰਲਡ ਤੇ ਇਨਰ ਟ੍ਰੈਫਿਕ ਨੈਟਵਰਕ ਟ੍ਰੈਫਿਕ ਨੂੰ ਸੈਗਰੀਗੇਟ ਕਰ ਦਿੰਦੇ ਆ। ਸੋ ਸਭ ਤੋਂ ਇੰਪੋਰਟੈਂਟ ਹੁੰਦਾ ਹੈ ਕਿ ਟ੍ਰੈਫਿਕ ਮੋਨੀਟਰਿੰਗ, ਕਿਸ ਤਰ੍ਹਾਂ ਦਾ ਟ੍ਰੈਫਿਕ ਬਾਹਰੋਂ ਅੰਦਰ ਆਰਗੇਨਾਈਜੇਸ਼ਨ ਵਿੱਚ ਆ ਰਿਹਾ ਹੈ, ਠੀਕ ਹੈ ਉਹਨੂੰ ਆਇਡੈਂਟੀਫਾਈ ਕਰਨਾ ਤੇ ਜੇ ਕੋਈ ਲੱਗਦੀ ਹੈ ਕਮੀ ਪੇਸ਼ੀ ਤੇ ਉਹਨੂੰ ਪੈਚ ਅਪ ਕਰਨਾ। ਇੱਕ ਹੋਰ ਟਰਮ ਹੈ ਨੈਟਵਰਕ ਸੈਗਮੈਂਟੇਸ਼ਨ। ਨੈਟਵਰਕ ਸੈਗਮੈਂਟੇਸ਼ਨ ਦੇ ਨਾਲ ਵੀ ਅਸੀਂ ਇਸ ਰੈਂਸਮਵੇਅਰ ਅਟੈਕ ਤੋਂ ਬਚ ਸਕਦੇ ਹਾਂ, ਕਿਉਂਕਿ ਅਸੀਂ ਉਹ ਡਿਫਰੈਂਟ ਸੈਗਮੈਂट्स ਦੇ ਵਿੱਚ ਨੈਟਵਰਕ ਨੂੰ ਡਿਵਾਈਡ ਕਰ ਦਿੰਦੇ ਹਾਂ। नेटवर्क सेगमेंटेशंस में हम ये रख सकते हैं, जैसे कि आज हमारा कैमराज है, घर के कैमराज की अगर हम बात करें तो वो ऑनलाइन कनेक्टेड रहते हैं, तो हम उन सब चीज़ों को एक अलग सिस्टम प्रोवाइड करें जिससे कि उनमें डेटा लीक नहीं हो। कल को अगर कोई डेटा भी अटैक होता है तो हमारा नेटवर्क सेफ रहे। घर में जनरली हम वाईफाई यूज़ करते हैं, एयरपोर्ट्स पे जाएंगे हम फ्री वाईफाई यूज़ करते हैं, तो फ्री वाईफाई से हमें बचना भी चाहिए। ਹਾਂ, 에ਅਰਪੋਰਟ ਦੀ ਤੁਸੀਂ ਗੱਲ ਕੀਤੀ, ਉੱਥੋਂ ਇਹ ਹੁੰਦਾ ਕਿ ਅਸੀਂ ਨਾਰਮਲੀ ਅਸੀਂ ਆਪਣਾ ਚਾਰਜਰ ਲਗਾ ਲੈਂਦੇ ਹਾਂ, USB ਚਾਰਜਰ ਲਗਾ ਲੈਂਦੇ ਹਾਂ, ਜਦ ਕਿ ਸਾਈਬਰ ਸਿਕਿਉਰਿਟੀ ਜੋ ਹੈ ਉਹ ਇਹ ਕਹਿੰਦਾ ਹੈ ਕਿ ਸਾਨੂੰ ਨਾਰਮਲ ਚਾਰਜਰ ਤੇ ਆਪਣਾ ਚਾਰਜ ਨਹੀਂ ਲਗਾਉਣਾ ਚਾਹੀਦਾ, USB ਪੋਰਟ ਤੁਸੀਂ ਉਹਦੀ ਥਾਂ ਤੇ ਯੂਜ਼ ਕਰੋ। ਤੁਸੀਂ ਉਹ ਵਾਲੇ ਚਾਰਜਰ ਨਾ ਲਗਾਓ ਤਾਂ ਕਿ ਤੁਹਾਡਾ ਡਾਟਾ ਜਿਹੜਾ ਹੈ ਉਹ ਬਚੀ ਰਵੇ। ਜਿਹੜੀ ਅੱਜ ਕੱਲ੍ਹ ਟਰਮ ਚੱਲ ਰਹੀ ਹੈ ਡਿਜੀਟਲ ਅਰੈਸਟ, ਜਦੋਂ ਅਸੀਂ ਡਿਜੀਟਲ ਅਰੈਸਟ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਕਾਫੀ ਸਾਰੇ ਕੇਸਿਸ ਹੈਗੇ ਆ। ਜੈਸੇ ਆਪਣੇ ਨੋਇਡਾ ਦੇ ਇੱਕ ਪ੍ਰੋਮੀਨੈਂਟ ਡਾਕਟਰ ਸੀਗੇ, ਉਹਨਾਂ ਦਾ ਜਿਹੜਾ 60 ਲੱਖ ਰੁਪਇਆ ਇਸ ਤਰ੍ਹਾਂ ਡਿਜੀਟਲ ਅਰੈਸਟ ਦੇ ਅੰਡਰ ਉਹਨਾਂ ਨੇ ਆਪਣਾ ਟ੍ਰਾਂਸਫਰ ਕਰ ਦਿੱਤਾ, ਤੇ 60 ਲੱਖ ਟ੍ਰਾਂਸਫਰ ਕਰਨ ਤੋਂ ਬਾਅਦ ਉਹਨਾਂ ਨੂੰ ਰਿਅਲਾਈਜ਼ ਹੋਇਆ ਕਿ ਉਹਨਾਂ ਨਾਲ ਤੇ ਧੋਖਾਧੜੀ ਹੋ ਰਹੀ ਹੈ। ਇਸੇ ਤਰ੍ਹਾਂ ਹੀ ਇੱਕ ਜਿਹੜੇ ਗੁਜਰਾਤ ਹੈ ਸਾਡਾ, ਗੁਜਰਾਤ ਵਿੱਚ ਇਸ ਤਰ੍ਹਾਂ ਡਿਜੀਟਲ ਅਰੈਸਟ ਦੇ ਕਾਫੀ ਸਾਰੇ ਸਕੈਮਸ ਹੈ। ਪਿੱਛੇ ਜੇ ਇੱਕ ਐਲਡਰਲੀ ਕਪਲ ਨਾਲ ਹੋਇਆ, ਉਹਨਾਂ ਦੇ ਮਤਲਬ ਕਿ ਕਾਫੀ ਜਿਹੜਾ ਉਹਨਾਂ ਦਾ ਅਮਾਊਂਟ ਸੀਗਾ ਉਹ ਟ੍ਰਾਂਸਫਰ ਹੋਇਆ ਡਿਜੀਟਲ ਅਰੈਸਟ ਦੇ ਥਰੂ। ਉਹ ਇੱਕ ਤਰ੍ਹਾਂ ਦਾ ਪੂਰਾ ਤੁਹਾਡਾ ਬਣਾ ਲੈਂਦੇ ਆ ਕਮਰੇ ਦਾ ਕਿ ਇਹ ਪੁਲਿਸ ਵਾਲੇ ਮੈਜਿਸਟ੍ਰੇਟ ਬੈਠੇ ਹੈ, ਜੱਜ ਬੈਠਾ ਹੈ, ਵਕੀਲ ਬੈਠਾ, ਉਹ ਸਾਰਾ ਪਿਕਚਰਾਈਜੇਸ਼ਨ ਕ੍ਰੀਏਟ ਕਰਕੇ ਤੁਹਾਨੂੰ ਠੱਗਦੇ ਹੈ। ਜੇ ਅਸੀਂ ਕਹੀਏ ਕਿ ਸਾਨੂੰ ਇਹਨਾਂ ਚੀਜ਼ਾਂ ਤੋਂ ਜੇ ਅਸੀਂ ਬਚਣਾ ਚਾਹੀਏ, ਰਿਧੀ ਤੁਹਾਡਾ ਇਹਦੇ ਬਾਰੇ ਕੀ ਖਿਆਲ ਹੈ? ਜੀ, ਤੁਸੀਂ ਪੁਲਿਸ ਆਫੀਸ਼ੀਅਲਸ ਨੂੰ ਵੀ ਟ੍ਰੇਨਿੰਗ ਪ੍ਰੋਵਾਈਡ ਕਰਦੇ ਹੋ ਆਪਣੇ ਚੈਨਲ ਦੇ ਥਰੂ? जी, पुलिस ऑफिसर्स को हम ट्रेनिंग प्रोवाइड करते हैं साइबर सिक्योरिटी की, बिकॉज जो बिल्कुल फ्रेशर्स आते हैं उनको हम काली लिनेट्स, पैरेट सिक्योरिटीज़ पे अटैक्स और इन सब की नॉलेज देते हैं, नेटवर्क सिक्योरिटी की नॉलेज देते हैं, जिससे कि उनको ये आइडिया लगे कि आज के टाइम पे किस किस पॉइंट पे हमें सिक्योरिटी रखनी ज़रूरी है, या किस तरीके से हैकर्स का डेटा हम रिट्राइव कर सकते हैं, फाइंड आउट कर सकते हैं हैकर्स के बिकॉज गवर्नमेंट ऑफिशियल्स के पास पेड सॉफ्टवेयर्स होते हैं और डीप अंडरस्टैंडिंग रहती है कि हम किस तरीके से चोर को पकड़ सकें, तो उसी बारे में हम पुलिस को ट्रेनिंग देते हैं। अब एक अगर आपने एक क्वेश्चन पूछा है उसका मैं अपना पर्सनल एक्सपीरियंस से बताती हूँ। बेसिकली जनरली जब भी कोई क्राइम हो रहा है तो वो पुलिस ऑफिसर्स के उन्होंने DP लगा रखी है व्हाट्सएप पे, पुलिस ऑफिसर है या मिलिट्री पर्सन है, बट जनरली वो लोग पैसा आपसे जब फ्रीक्वेंटली मांग रहे हैं, बार बार आपको कॉल कर रहे हैं कि हमने बाइक सेल करी है, आप खरीद लो, अपना आधार कार्ड दिखाएंगे, अपनी सारी सटीक इन्फॉर्मेशन दिखाएंगे, इवन व्हीकल को पैक होता हुआ दिखाएंगे कि आपको ट्रांसपोर्ट हो रहा है, बस आप इतना पैसा जमा कर दीजिए। तो जो बार बार आपसे इस चीज़ में हमने ये एक्सपीरियंस किया, अगर एक नॉर्मल पर्सन है वो इस तरीके से जागरूक हो सकता है कि अगर वो बार बार आपको इन्फॉर्मेशन दे रहे हैं अपनी प्रूफ करने के लिए कि हम बिल्कुल सही हैं, तो वो एक हद पे गलत भी होता है। और अगर वो बार बार आपको पैसे की बोल रहे हैं, जैसे अभी आप 10,000 सबमिट कर दीजिए, गाड़ी यहाँ से रवाना हो जाएगी, फिर आप 10,000 दे देते हैं उन्हें, फिर वो आपसे बोलते हैं कि आप बस 15,000 और दे दीजिए, क्लैरिफिकेशन राउंड है। तो ये जो छोटा छोटा अमाउंट वो मांगते हैं, इस तरीके से बैंक खाली हो जाता है कई सारे लोगों का, और बाद में पता चलता है कि हमारे साथ क्राइम हो गया। तो इस चीज़ से आप बचें। ਜੇ ਡਾਕਟਰ ਪ੍ਰਵੀਨ ਜੀ, ਜੇ ਸਪੋਜ਼ ਕਰੋ ਮੇਰੇ ਨਾਲ ਕੋਈ ਕ੍ਰਾਈਮ ਹੁੰਦਾ ਤੇ ਮੈਂ ਉਹਦੀ ਰਿਪੋਰਟ ਕਿੱਥੇ ਦੇ ਸਕਦੀ ਹਾਂ? ਸਭ ਤੋਂ ਪਹਿਲਾਂ ਇਹਦਾ ਟੋਲ ਫ੍ਰੀ ਨੰਬਰ ਹੈ 1930 ਟੋਲ ਫ੍ਰੀ ਨੰਬਰ ਤੇ ਅਸੀਂ ਕੰਪਲੇਂਟ ਦੱਸ ਸਕਦੇ ਹਾਂ। ਜੇ ਮੰਨ ਲਓ ਤੁਹਾਡੇ ਬੈਂਕ ਦੇ ਅਕਾਊਂਟ 'ਚ ਤੁਸੀਂ ਬੈਂਕ ਅਕਾਊਂਟ ਫ੍ਰੀਜ਼ ਕਰ ਸਕਦੇ ਹੋ
ਮਤਲਬ ਇਹ ਜ਼ਰੂਰੀ ਹੈ ਕਿ two ਜੇ ਤੁਹਾਡੇ factor- ਨਾਲ ਕ੍ਰਾਈਮ ਹੋਵੇ ਤੇ ਤੁਸੀਂ ਉਹਨੂੰ ਰਿਪੋਰਟ ਜ਼ਰੂਰ ਕਰਾਓ, ਰਿਪੋਰਟ ਜ਼ਰੂਰ ਤਾਂ ਕਿ ਕਰੋ, ਗਵਰਨਮੈਂਟ ਕਿਉਂਕਿ ਕੋਲੋਂ higher ਡਾਟਾ authorities- ਹੋਏ। ਔਰ ਇੱਕ ਸਾਈਟ ਹੈ ਜੀ ਜਿਹਨੂੰ ਅਸੀਂ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ ਬੋਲਦੇ ਹਾਂ, ਜੀ ਜੀ, ਔਰ ਉਹ ਹੈਗੀ ਹੈ cybercrime.gov.in। ਉਸ ਸਾਈਟ ਤੇ ਅਗਰ ਆਪਣੀ ਅਸੀਂ ਰਿਪੋਰਟ ਕੰਪਲੇਂਟ ਲਾਂਚ ਕਰਾਉਂਦੇ ਹਾਂ ਤਾਂ ਅਸੀਂ ਮਤਲਬ ਥੋੜਾ ਜਿਹਾ ਗਵਰਨਮੈਂਟ ਨੂੰ ਦੱਸ ਸਕਦੇ ਹਾਂ ਕਿ ਸਾਡੇ ਨਾਲ ਇਹ ਕ੍ਰਾਈਮ ਹੋਇਆ। ਕੋਸ਼ਿਸ਼ ਤਾਂ ਪੂਰੀ ਕਰਦੇ ਆ ਕਿ ਜੇ ਉਹ ਸਾਡਾ ਪੈਸਾ ਵਾਪਸ ਹੋ ਸਕੇ ਤਾਂ ਜ਼ਰੂਰ ਕਰਦੇ ਆ। ਰਿਧੀ ਤੁਸੀਂ ਇਹ ਦੱਸੋ ਕਿ ਜਿਹੜੀਆਂ ਅਸੀਂ ਡਿਵਾਈਸਿਸ ਹੈ ਅਸੀਂ ਉਹਨਾਂ ਨੂੰ ਕਿਵੇਂ ਸੇਫ ਰੱਖ ਸਕਦੇ ਹਾਂ? IoT डिवाइसेस को सेफ रखने के लिए जनरली हम लोग अपने डे टू डे लाइफ में भी IoT डिवाइसेस यूज़ करते हैं, होम अप्लाइंसेस में यूज़ करते हैं, बिजनेस में भी यूज़ करते हैं। तो उनको सेफ करने के लिए हमें सबसे पहले उनके जो इंटरनल हमने डिवाइसेस कनेक्ट कर रखी है उनसे उनको पहले सेगमेंट करें। ठीक है, सबसे इंपॉर्टेंट चीज़ ये है कि हम सारा डेटा एक ही डिवाइस पे कनेक्ट नहीं करें। दूसरी चीज़ ये आ सकती है कि हम रेगुलर अपडेट्स रखें। जितना ज़्यादा अपडेट्स रखेंगे, जितना ज़्यादा हम सॉफ्टवेयर को अपडेट रखेंगे, उतना ज़्यादा हमारे लिए बेनिफिशियल रहेगा। एक साथ ही साथ हम उसमें स्ट्रॉन्ग एनक्रिप्शंस रखें। अगर स्ट्रॉन्ग एनक्रिप्शंस हैं तो हम उसको सेव कर सकते हैं फ्रॉम हैकर्स। ਪ੍ਰਵੀਨ ਜੀ ਤੁਸੀਂ ਇਹ ਦੱਸੋ ਕਿ ਜਿਹੜੀਆਂ ਡਿਵਾਈਸਿਸ ਹੈ ਜਿਹੜੀਆਂ ਅਸੀਂ ਯੂਜ਼ ਕਰਦੇ ਹਾਂ ਅੱਜ ਕੱਲ੍ਹ, ਨੋਰਮਲ ਹਰ ਇੱਕ ਬੰਦੇ ਕੋਲ ਡਿਵਾਈਸ ਹੈ, 2 ਫੋਨ ਹੈ, ਠੀਕ ਹੈ ਜੀ, ਤੇ ਅਸੀਂ ਉਹਨਾਂ ਡਿਵਾਈਸਿਸ ਨੂੰ ਜੈਸੇ ਰਿਧੀ ਜੀ ਨੇ ਦੱਸਿਆ ਕਿ ਅਸੀਂ ਸਟਰੋਂਗ ਪਾਸਵਰਡ ਯੂਜ਼ ਕਰ ਸਕਦੇ ਹਾਂ, ਮਲਟੀ ਫੈਕਟਰ ਅਥੈਂਟੀਕੇਸ਼ਨ ਯੂਜ਼ ਕਰ ਸਕਦੇ ਹਾਂ। ਜੀ ਜੀ, ਜੇ ਅਸੀਂ ਸਰੋਤਿਆਂ ਨੂੰ ਦੱਸਣਾ ਚਾਹੀਏ ਕਿ ਮਲਟੀ ਫੈਕਟਰ ਅਥੈਂਟੀਕੇਸ਼ਨ ਅਸੀਂ ਕਿਵੇਂ ਅਪਲਾਈ ਕਰ ਸਕਦੇ ਹਾਂ ਤਾਂ ਕਿਵੇਂ ਕਰਾਂਗੇ? ਕੁਝ ਦੱਸ ਸਕਦੇ ਹੋ ਕਿ ਮੋਬਾਈਲ ਦੀਆਂ ਸੈਟਿੰਗਸ ਵਿੱਚ ਜਾ ਕੇ? ਹਾਂ, ਮੋਬਾਈਲ ਦੀਆਂ ਸੈਟਿੰਗ ਦੇ ਪ੍ਰਾਈਵੇਸੀ ਸੈਟਿੰਗਸ ਹੁੰਦੀਆਂ ਤਾਂ ਜੇ ਮੰਨ ਲਓ ਪਾਸਵਰਡ ਤੁਹਾਡਾ ਲੀਕ ਵੀ ਹੋ ਗਿਆ, ਜਿਹੜਾ ਕੋਡ ਤੁਹਾਡੇ ਫੋਨ ਤੇ ਆਇਆ ਹੈ ਜਾਂ ਟੈਬ ਤੇ ਆਇਆ ਹੈ ਉਹ ਹੈਕਰਸ ਨੂੰ ਨਹੀਂ ਪਤਾ ਲੱਗ ਪਾਏਗਾ। ਮੋਰਓਵਰ ਬਾਇਓਮੈਟ੍ਰਿਕਸ ਹਰ ਇੱਕ ਬੰਦੇ ਦੇ ਇੰਡੀਵਿਜੂਅਲ ਹੈ, ਤੁਸੀਂ ਬਾਇਓਮੈਟ੍ਰਿਕ ਨਾਲ ਵੀ ਮਲਟੀ ਫੈਕਟਰ ਅਥੈਂਟੀਕੇਸ਼ਨ ਕਰ ਸਕਦੇ ਹੋ ਕਿ ਜਿਹਦਾ ਡਿਵਾਈਸ ਹੋਏਗਾ ਉਹੀ ਲੌਗਇਨ ਕਰ ਪਾਏਗਾ, ਬਾਕੀਆਂ ਨੂੰ ਇਸਦਾ ਅਸੀਂ ਅਨਆਥੋਰਾਈਜ਼ਡ ਐਕਸੈਸ ਨੂੰ ਰੋਕ ਪਾਵਾਂਗੇ। ਰਿਧੀ ਤੁਸੀਂ ਕੀ ਸਲਾਹ ਦਿੰਦੇ ਹੋ ਕਿ ਅਗਰ ਸਾਈਬਰ ਸਿਕਿਉਰਿਟੀ ਨੂੰ ਐਜ਼ ਅ ਕੈਰੀਅਰ ਆਪਸ਼ਨ ਲੈਣਾ ਹੋਏ ਤਾਂ ਤੁਸੀਂ ਸਰੋਤਿਆਂ ਨੂੰ ਵਟ ਯੂ ਸਜੈਸਟ? यस, अगर आप साइबर सिक्योरिटी करियर मींस एज अ करियर ऑप्ट करना चाहते हैं तो बहुत अच्छा है, बिकॉज आगे का ट्रेंड साइबर सिक्योरिटी है और हर एक ऑफिशियल्स में साइबर सिक्योरिटी की रिक्वायरमेंट है। आप इस तरीके से ले सकते हैं जैसे कि अगर आपने कुछ डिग्री करी है, आजकल तो जितनी भी यूनिवर्सिटीज़ हैं वो साइबर सिक्योरिटी कोर्सेज भी ऑफर कर रही हैं, तो ट्राई करें कि आप साइबर सिक्योरिटी कोर्सेज में इन्वॉल्व हों, उनके डिग्री प्रोग्राम्स में अपडेट हों, एनरोल करें। एंड साथ ही साथ आप ऑनलाइन भी थोड़े से अलर्ट रहें। ऑनलाइन भी जितने भी वीडियोस आते हैं मींस एजुकेशन, साइबर सिक्योरिटी एजुकेशन से रिलेटेड वो करें। ज़रूरी है कि आप कोई इंटरनेशनल साइबर सिक्योरिटी सर्टिफिकेशन ज़रूर लें, ज़रूर करें, वो ज़्यादा इंपॉर्टेंट रहता है बिकॉज इंडस्ट्रीज़ में उन सर्टिफिकेशंस के बिहाफ पे जॉब लगती है। ਡਾਕਟਰ ਪਰਵੀਨ ਤੁਸੀਂ ਦੱਸੋ ਕਿ ਬੱਚਿਆਂ ਤੇ ਟੀਨੇਜਰਸ ਨੂੰ ਅਸੀਂ ਆਨਲਾਈਨ ਸੇਫ ਕਿਵੇਂ ਰੱਖ ਸਕਦੇ ਹਾਂ? ਜਾਂਦੇ ਸੀ ਥੋੜਾ ਜਿਹਾ ਬੱਚਿਆਂ ਨੂੰ ਜ਼ਰੂਰ ਗਾਈਡ ਕਰੀਏ ਦੇਖੋ ਜੀ, ਥ੍ਰੈਟ ਮੈਨੇਜਮੈਂਟ, ਪਾਸਵਰਡ ਮੈਨੇਜਮੈਂਟ ਤੇ ਪ੍ਰਾਈਵੇਸੀ ਸੈਟਿੰਗਸ, ਇਹਨਾਂ ਬਾਰੇ ਬੱਚਿਆਂ ਨੂੰ ਦੱਸਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਤੁਸੀਂ ਪਾਸਵਰਡ ਹਰ ਚੀਜ਼ ਦਾ ਅਲੱਗ ਯੂਨੀਕ ਬਣਾਉਣਾ ਹੈ ਤੇ ਅਲੱਗ ਬਣਾਉਣਾ ਹੈ, ਤੇ ਕਿਹੜੇ ਥ੍ਰੈਟਸ ਹੈ। ਥ੍ਰੈਟਸ ਮੀਨਸ ਸਸਪੀਸ਼ੀਅਸ ਲਿੰਕਸ ਨੂੰ ਤੁਸੀਂ ਨਹੀਂ ਐਕਸਪਲੋਰ ਕਰਨਾ ਤੇ ਆਪਣੀ ਜਿਹੜੀ ਪਰਸਨਲ ਇਨਫੋਰਮੇਸ਼ਨ ਹੈ ਉਹ ਨਹੀਂ ਰਿਵੀਲ ਕਰਨੀ। ਹਾਊ ਟੂ ਆਇਡੈਂਟੀਫਾਈ ਦੀ ਫਿਸ਼ਿੰਗ ਮੇਲਸ, ਮਤਲਬ ਜੇ ਮੇਲ ਦੇ ਰਾਹੀਂ ਲਿੰਕਸ ਆਉਣਗੇ ਉਹ ਮੇਲਸ ਨੂੰ ਤੁਸੀਂ ਆਇਡੈਂਟੀਫਾਈ ਕਰਨਾ ਸਿਖਾਉਣਾ ਕਿ ਕਿਹੜੀ ਮਤਲਬ ਮੇਲਸ ਹੈ ਜਿਹੜੀ ਕਿ ਤੁਹਾਨੂੰ ਹਾਰਮ ਕਰ ਸਕਦੀ ਹੈ। ਸੋ ਅੱਜ ਦੀ ਇਸ ਗੱਲਬਾਤ ਰਾਹੀਂ ਸਾਨੂੰ ਸਾਰਿਆਂ ਨੂੰ ਇਹ ਪਤਾ ਲੱਗਦਾ ਹੈ ਕਿ ਅਸੀਂ ਆਪਣੇ ਆਪ ਨੂੰ ਸਾਈਬਰ ਕ੍ਰਾਈਮ ਤੋਂ ਕਿਵੇਂ ਬਚਾ ਕੇ ਰੱਖਣਾ ਹੈ, ਕਿਹੜੇ ਅਸੀਂ ਸਿਕਿਉਰਿਟੀ ਸੋਲਿਊਸ਼ਨਸ ਅਪਲਾਈ ਕਰਨੇ ਹੈ। ਜਿਵੇਂ ਕਿ ਸਭ ਤੋਂ ਪਹਿਲਾਂ ਅਸੀਂ ਆਪਣੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਇਹ ਸਮਝਾਉਣਾ ਹੈ ਕਿ ਜਿਹੜੀਆਂ ਅਨਨੋਨ ਕਾਲਸ ਹੈ ਉਹ ਨਹੀਂ ਚੁੱਕਣੀਆਂ ਅਤੇ ਇਮੋਸ਼ਨਲ ਹੋ ਕੇ ਕਿਸੇ 'ਤੇ ਵਿਸ਼ਵਾਸ ਨਹੀਂ ਕਰਨਾ ਔਰ ਆਪਣੀ ਇਨਫੋਰਮੇਸ਼ਨ ਅਸੀਂ ਕਿਸੇ ਨੂੰ ਨਹੀਂ ਦੇਣੀ ਜੀ। ਸੋ ਔਰ ਜਿਹੜੀ ਟੈਕਨੋਲੋਜੀ ਅਸੀਂ ਘਰ 'ਚ ਲਿਆਉਂਦੇ ਹਾਂ, ਸਾਡਾ ਹੀ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਅਤੇ ਅਸੀਂ ਆਪਣੇ ਐਲਡਰਲੀ ਬੰਦਿਆਂ ਨੂੰ ਜ਼ਰੂਰ ਦੱਸੀਏ ਕਿ ਇਹ ਟੈਕਨੋਲੋਜੀ ਇਸ ਤਰ੍ਹਾਂ ਕੰਮ ਕਰਦੀ ਹੈ। ਅਸੀਂ ਉਹਨਾਂ ਨੂੰ ਇਹ ਨਹੀਂ ਕਹੀਏ ਕਿ ਤੁਹਾਨੂੰ ਨਹੀਂ ਸਮਝ ਆ ਸਕਦਾ ਜੀ, ਤੁਸੀਂ ਨਹੀਂ ਇਹ ਕਰ ਸਕਦੇ। ਉਹ ਵੀ ਕਰ ਸਕਦੇ ਆ, ਸਾਰਾ ਕੁਛ ਉਹ ਵੀ ਕਰ ਸਕਦੇ ਆ। ਸਾਨੂੰ ਉਹਨਾਂ ਨੂੰ ਦੱਸਣਾ ਪਏਗਾ, ਥੋੜ੍ਹਾ ਜਿਹਾ ਟਾਈਮ ਉਹਨਾਂ ਨਾਲ ਲਗਾਉਣਾ ਪਏਗਾ ਤਾਂ ਕਿ ਜਿਹੜੇ ਉਹ ਸਕੈਮ ਹੁੰਦੇ ਆ ਉਹਨਾਂ ਦੇ ਚੱਕਰ ਦੇ ਵਿੱਚ ਉਹ ਨਾ ਫਸਣ। ਸੋ ਅੱਜ ਦੇ ਇਸ ਪ੍ਰੋਗਰਾਮ ਦੀ ਸਮਾਪਤੀ ਕਰਦੇ ਹੋਏ ਅਸੀਂ ਇਹੀ ਕਹਾਂਗੇ ਕਿ ਤੁਸੀਂ ਆਪਣੇ ਆਪ ਨੂੰ ਨਵੀਂ ਟੈਕਨੋਲੋਜੀ ਨਾਲ ਅਪਡੇਟ ਰੱਖੋ ਅਤੇ ਇਹਨਾਂ ਸਾਰੀਆਂ ਜੋ ਅਸੀਂ ਗੱਲਬਾਤ ਕੀਤੀ ਹੈ ਉਹਨਾਂ ਸਾਰੀਆਂ ਗੱਲਾਂ 'ਤੇ ਬਹੁਤ ਧਿਆਨ ਦਿਓ। ਧਿਆਨ ਨਾਲ ਆਪਣੀਆਂ ਸਾਰੀਆਂ ਇੰਟਰਨੈਟ ਦੀਆਂ ਡਿਵਾਈਸਿਸ ਨੂੰ ਯੂਜ਼ ਕਰੋ, ਆਪਣੇ ਮੋਬਾਈਲ ਫੋਨ ਯੂਜ਼ ਕਰੋ, ਆਪਣੀ ਡੈਸਕਟਾਪ ਲੈਪਟਾਪ ਯੂਜ਼ ਕਰੋ ਅਤੇ ਇਸ ਦੇ ਨਾਲ ਹੀ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਹੱਸਦੇ ਵਸਦੇ ਰਹੋ, ਖੁਸ਼ ਰਹੋ ਅਤੇ ਸਦਾ ਆਬਾਦ ਰਹੋ।